ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦਾ ਕਤਲ ਅਤੇ ਪੰਜਾਬ ਵਿੱਚ ਮਾਤਮ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਲੰਘੇ ਦਿਨ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਬਹੁਤ ਹੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਕੱਲ੍ਹ ਪੂਰੀ ਘਟਨਾ ਕੀ ਸੀ ਅਤੇ ਉਸ ਘਟਨਾ ਨੂੰ ਲਗਭਗ ਹੁਣ 24 ਘੰਟੇ ਦਾ ਸਮਾਂ ਪੂਰਾ ਹੋਣ ਵਾਲਾ ਹੈ। ਹੁਣ ਤੱਕ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ, ਉਹ ਜਾਂਚ ਕਿੱਥੇ ਤੱਕ ਪਹੁੰਚ ਚੁੱਕੀ ਜਾਂ ਕੀ ਕੁਝ ਹੋਇਆ, ਇਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਅਸਲ ਦੇ ਵਿੱਚ ਕੱਲ੍ਹ ਦੀ ਇਹ ਘਟਨਾ ਲਗਭਗ 5:30 ਵਜੇ ਦੀ 5:29 ਦੇ ਨੇੜੇ ਤੇੜੇ ਕਿਹਾ ਜਾ ਰਿਹਾ। ਉਹ ਆਪਣੇ ਸਿੱਧੂ ਆਪਣੇ ਦੋ ਦੋਸਤਾਂ ਦੇ ਨਾਲ ਜਾਂ ਦੋ ਸਾਥੀਆਂ ਦੇ ਨਾਲ ਆ ਰਹੇ, ਆਪਣੀ ਜਿਹੜੀ ਥਾਰ ਜੀ ਇਕੱਲੇ ਸੀ, ਆਪ ਹੀ ਉਹ ਡਰਾਈਵ ਕਰ ਰਿਹਾ ਸੀ। ਕਿਹਾ ਜਾ ਰਿਹਾ ਕਿ ਉਹ ਉਹਦੀ ਮਾਸੀ ਆ, ਖਾਰਾ ਬਰਨਾਲਾ ਪਿੰਡ ਹੈ ਇੱਕ ਬਿਲਕੁਲ ਮਾਨਸਾ ਦੇ ਨਾਲ, ਅਤੇ ਮੂਸੇ ਵਾਲੇ ਤੋਂ ਆਉਂਦੇ ਆਉਂਦੇ ਜੇ ਜਵਾਰ ਕੇ ਪਿੰਡ ਆਏ ਸੀ, ਜਿਹੜਾ ਜਵਾਰ ਕੇ ਲਗਭਗ ਮਾਨਸਾ ਦੇ ਵਿੱਚ ਹੀ ਰਲ ਗਿਆ, ਨਾਲ ਹੀ ਲੱਗਦਾ ਪਿੰਡ ਹੈ। ਅਤੇ ਉਸ ਮੋੜ 'ਚੋਂ ਚੌਕ ਦੇ ਵਿੱਚ ਆ ਕੇ ਬੰਦਿਆਂ ਨੇ ਜਿਵੇਂ ਰੈਕੀ ਕਰਦੇ ਹੋਣਗੇ, ਪਹਿਲਾਂ ਦੀ ਕੀ ਪਲਾਨਿੰਗ ਸੀ ਕੀ ਸੀ, ਆ ਕੇ ਗੋਲੀਆਂ ਨਾਲ ਜਿਹੜੀ ਵਿਛਾੜ ਕੀਤੀ। ਉਹਦੇ 'ਚ ਸਿੱਧੂ ਦੀ ਤਾਂ ਮੌਕੇ 'ਤੇ ਮੌਤ ਹੋ ਗਈ, ਦੂਜੇ ਦੋ ਬੰਦੇ ਫੱਟੜ ਜਿਹੜੇ ਹੈਗੇ ਨੇ ਜ਼ਖਮੀ ਨੇ। ਹੁਣ ਸਭ ਤੋਂ ਮੇਨ ਗੱਲ ਤਾਂ ਇਹ ਹੈ ਕਿ ਜਦੋਂ ਹਾਹਾਕਾਰ ਮੱਚ ਗਈ, ਇੱਕ ਨਾ ਕੇਵਲ ਉਹ ਪਾਪੂਲਰ ਗਾਇਕ ਸੀਗਾ ਦੁਨੀਆ ਭਰ ਦੇ ਵਿੱਚ, ਬਲਕਿ ਕਿਉਂਕਿ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਵੀ ਲੜ ਕੇ ਹਟਿਆ ਸੀਗਾ ਜੀ, ਅਤੇ ਚੋਣ ਲੜਨ ਤੋਂ ਬਾਅਦ ਹੁਣ ਜਦੋਂ ਮਾਨਸਾ ਦਾ MLA ਮਤਲਬ ਹਟਾਇਆ ਗਿਆ ਮੰਤਰੀ, ਉਦੋਂ ਬਾਅਦ ਵੀ ਫਿਰ ਉਹ ਸਰਗਰਮ ਫਿਰ ਪਿੰਡਾਂ 'ਚ ਕਾਫੀ ਗੱਲ ਕਰ ਰਿਹਾ ਸੀ। ਇਹਨਾਂ ਦਿਨਾਂ 'ਚ ਇੰਟਰਵਿਊਆਂ ਵੀ ਕਾਫੀ ਆ ਰਹੀਆਂ ਸੀ, ਬਾਕੀ ਦੀਆਂ ਚੀਜ਼ਾਂ ਵੀ ਸੀ। ਅਤੇ ਇੱਕ ਤਾਂ ਗੱਲ ਇਹ ਹੈ ਕਿ ਉਸੇ ਸਮੇਂ ਦੇ ਵਿੱਚ ਪਹਿਲਾਂ ਕਿਹਨੂੰ ਐਂ ਪਤਾ ਸੀ ਕਿ ਉਹ ਅੱਜ ਐਵੇਂ ਹੀ ਆਇਆ, ਇੱਥੇ ਦੀ ਜਾ ਰਿਹਾ, ਇੱਥੇ ਹੈ, ਇਹ ਇਨਫੋਰਮੇਸ਼ਨ ਵੀ ਕੋਈ ਦੇ ਰਿਹਾ ਹੋਊਗਾ ਕਿਸੇ ਟਾਈਪ ਦੀ ਸੂਚਨਾ। ਔਰ ਹੋ ਸਕਦਾ ਕਿ ਜਾਂਚ ਜੇ ਅੱਗੇ ਤੱਕ ਜਾਏਗੀ, ਕੋਈ ਬਹੁਤ ਨੇੜਲਾ ਬੰਦਾ ਵੀ ਹੋਵੇ ਜਿਹਨੂੰ ਉਹ ਘਰੋਂ ਬਿਨਾਂ ਹਥਿਆਰ, ਬਿਨਾਂ ਮਤਲਬ ਸਿਕਿਉਰਿਟੀ ਗਾਰਡ ਨਿਕਲਣ ਤੋਂ, ਜਾਂ ਬਾਕੀ ਦੀਆਂ ਚੀਜ਼ਾਂ ਨੇ ਜਿਹੜੀਆਂ ਜੀ। ਦੂਜੀ ਗੱਲ ਇਹ ਹੈ ਕਿ ਐਲੀਗੇਸ਼ਨ ਕੱਲ੍ਹ ਦਾ ਹੀ ਲੱਗ ਰਿਹਾ ਲਗਾਤਾਰ, ਇੱਕ ਦੋਸ਼ ਇਕੱਲਾ ਇਹਦਾ ਨਹੀਂ, ਮਤਲਬ ਜਥੇਦਾਰ ਅਕਾਲ ਤਖਤ ਤੋਂ ਲੈ ਕੇ ਜਦੋਂ 424 ਬੰਦਿਆਂ ਦੀ ਸਿਕਿਉਰਿਟੀ ਵਿਡਰਾ ਕੀਤੀ, ਵਾਪਸ ਲਈ, ਉਦੋਂ ਤੋਂ ਲੈ ਕੇ ਇਹ ਹੋਇਆ ਕਿ ਅਚਾਨਕ 424 ਬੰਦਿਆਂ ਦੀ ਸਿਕਿਉਰਿਟੀ ਵਾਪਸ ਲੈ ਲਈ। ਕਿਸੇ ਨੂੰ ਕਿੰਨੀ ਚੁਣੌਤੀ ਹੈ ਰੱਖਿਆ ਦੀ, ਕਿਸੇ ਨੂੰ ਕਿੰਨੀ ਹੈ, ਇਹ ਦੇਖੇ ਤੋਂ ਬਿਨਾਂ ਲੈ ਲਈ, ਜਾਂ ਕਿਸ ਤਰੀਕੇ ਨਾਲ ਕੀਤਾ ਗਿਆ। ਦੂਜੀ ਗੱਲ ਇਹ ਹੈ ਕਿ ਉਦੋਂ ਵੀ ਖਤਰਨਾਕ ਪਹਿਲੂ ਇਹ ਹੈ ਕਿ ਉਹਦੇ 'ਚ ਤੁਸੀਂ ਜਨਤਕ ਕਰਤੀ ਹੈ ਕਿ ਫਲਾਣੇ ਬੰਦੇ ਨੇ, ਹੈ ਨਾ। ਤਾਂ ਇਹ ਦਲੀਲ ਆਮ ਤੌਰ 'ਤੇ ਸੁਰੱਖਿਆ ਦੇ ਘੇਰੇ ਦੇ ਵਿੱਚ ਮੰਨੀ ਜਾਂਦੀ ਹੈ ਕਿ ਨਾਰਮਲੀ RTI 'ਚ ਵੀ ਲੋਕਾਂ ਨੇ ਸੂਚਨਾਵਾਂ ਲੈ ਕੇ ਦੇਖੀਆਂ ਨੇ, ਉਹ ਸੂਚਨਾ ਨਹੀਂ ਦਿੱਤੀ ਜਾਂਦੀ, ਕਿਉਂਕਿ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿ ਬੰਦੇ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ, ਇਹ 'ਚ ਸੁਰੱਖਿਆ ਦਾ ਪਹਿਲੂ ਹੈ। ਇਸ ਕਰਕੇ ਜੇ ਬੰਦਿਆਂ ਨੂੰ ਪਤਾ ਲੱਗ ਜਾਏ, ਜਿਹੜੇ ਬੰਦੇ ਥ੍ਰੈਟ 'ਚ ਹੁੰਦੇ ਨੇ ਸਾਹਮਣੇ ਵਾਲਿਆਂ ਨੂੰ, ਉਹਦੀ ਸੁਰੱਖਿਆ ਬਿਲਕੁਲ ਹੁਣ ਹਟਾ ਲਈ ਜਾਂ ਘਟ ਗਈ, ਫਿਰ ਉਸ ਜ਼ੋਰ ਨਾਲ ਉਹਦੇ 'ਤੇ ਅਟੈਕ ਉਸ ਲੈਵਲ 'ਤੇ ਕਰ ਸਕਦੇ ਨੇ। ਔਰ ਸਿੱਧੂ ਨੂੰ ਤਾਂ ਜਦੋਂ ਹਸਪਤਾਲ ਲੈ ਕੇ ਗਏ, ਨੇੜੇ ਹਸਪਤਾਲ ਸੀ, ਥੋੜ੍ਹੀ ਦੇਰ ਬਾਅਦ ਲੈ ਗਏ ਅਤੇ ਡਾਕਟਰਾਂ ਨੇ ਕਿਹਾ ਜਾਂਦੇ ਹੀ ਮਤਲਬ ਬਰੌਡ ਡੈਡ ਜਿਹਨੂੰ ਕਹਿੰਦੇ ਆ ਵੀ ਲਿਆਂਦਾ ਸੀ, ਅਤੇ ਇਹਦੀ ਮੌਤ ਹੋ ਚੁੱਕੀ ਹੈ ਉਸ ਪੱਧਰ ਦੇ ਉੱਤੇ। ਉਦੋਂ ਬਾਅਦ ਲਗਾਤਾਰ ਮੇਰਾ ਨਹੀਂ ਖਿਆਲ ਕਿ ਸਰਕਾਰ ਨੂੰ ਪਤਾ ਲੱਗ ਰਿਹਾ ਕੀ ਕਰਨਾ ਕੀ ਨਹੀਂ ਹੈ, ਜਾਂ ਪੁਲਿਸ ਨੂੰ ਪਤਾ ਲੱਗ ਰਿਹਾ ਕੀ ਹੈ। ਮਤਲਬ ਲੰਮੇ ਸਮੇਂ ਤੱਕ ਕੋਈ ਬਹੁਤ ਜ਼ਿਆਦਾ ਕਲਿਊ ਨਹੀਂ ਸੀਗਾ। ਇੱਕ ਬਲੈਰੋ ਗੱਡੀ, ਇੱਕ ਕਰੋਲਾ ਗੱਡੀ, ਇਹ ਵਰਤੀਆਂ ਗਈਆਂ ਨੇ, ਉਹ ਮਿਲ ਗਈਆਂ ਰਸਤੇ ਦੇ ਵਿੱਚੋਂ। ਉਦੋਂ ਬਾਅਦ ਉਹ ਕਿੱਥੇ ਗਏ ਨੇ ਉਹ ਨਹੀਂ ਹੈ, ਮਤਲਬ ਅਜੇ ਜਾਂਚ ਉਸ ਲੈਵਲ 'ਤੇ। ਫਿਰ ਮਤਲਬ ਰਾਤ ਨੂੰ ਲਗਭਗ 9:30 ਵਜੇ ਜਾ ਕੇ DGP ਪ੍ਰੈਸ ਕਾਨਫਰੰਸ ਕਰਦੇ ਨੇ ਜੀ। DGP ਦੀ ਪ੍ਰੈਸ ਕਾਨਫਰੰਸ ਵੀ ਬੜੀ ਬਰੀਫ ਹੁੰਦੀ ਹੈ, ਅਤੇ ਆਪਣੀ ਗੱਲ ਕਹਿ ਕੇ ਕਿ ਗੈਂਗਵਾਰ ਦਾ ਨਤੀਜਾ ਹੋ ਸਕਦਾ, ਕਿਉਂਕਿ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਦਾ ਮਾਮਲਾ ਆਪਸ ਦੇ ਵਿੱਚ ਸ਼ਾਇਦ ਹੈ। ਉਹ ਅਲੱਗ ਗੱਲ ਹੈ ਕਿ ਉਹ ਵੀ ਮਤਲਬ ਬੰਬੀਹਾ ਗੈਂਗ ਦਾ ਵੀ ਅੱਜ ਆਇਆ ਇੱਕ ਪ੍ਰੈਸ ਨੋਟ ਵੀ ਆਇਆ ਕਿ ਸਾਡੇ ਨਾਲ ਉਹਦਾ ਕੋਈ ਸੰਬੰਧ ਨਹੀਂ ਸੀ, ਪਰ ਅਸੀਂ ਫਿਰ ਵੀ ਮਤਲਬ ਬਦਲਾ ਲਵਾਂਗੇ, ਜਿਹੜਾ ਇਹ ਵੀ ਇੱਕ ਗੱਲ ਕੀਤੀ ਗਈ ਹੈ। ਕੋਈ ਇਹ ਕਹਿਣ ਲੱਗ ਗਿਆ ਜਾ ਕੇ ਜੀ ਕਿ ਜਿਹੜਾ ਪਹਿਲਾਂ ਸਾਡੇ ਇੱਥੇ ਕਤਲ ਹੋਇਆ ਸੀ ਮਿੱਡੂ ਖੇੜਾ ਦਾ, ਅਤੇ ਉਹਦੇ ਵਿੱਚ ਇਹਨਾਂ ਦਾ ਮੈਨੇਜਰ ਦਾ ਰੋਲ ਸੀ, ਸਿੱਧੂ ਮੂਸੇਵਾਲੇ ਦਾ। ਮੈਨੇਜਰ ਤਾਂ ਹੁਣ ਆਸਟ੍ਰੇਲੀਆ ਬੈਠਾ, ਜੇ ਮੈਨੇਜਰ ਦਾ ਰੋਲ ਸੀ ਤਾਂ ਅਟੈਕ ਸਿੱਧੂ ਮੂਸੇਵਾਲੇ 'ਤੇ ਕਿਉਂ ਜੀ? ਬਿਲਕੁਲ, ਹੈ ਨਾ। ਤਾਂ ਅਟੈਕ ਜਿਹਦਾ ਰੋਲ ਹੈ ਅਤੇ ਬੰਦਾ ਉਹਦੇ ਖਿਲਾਫ ਕੋਈ ਉਹ ਕਰੇਗਾ, ਇਹ ਵੀ ਤਾਂ ਇੱਕ ਸਵਾਲ ਬਣਦਾ ਹੀ ਹੈ ਕਿ ਇਸ ਮਾਮਲੇ 'ਚ ਕੀ ਹੈ। ਫਿਰ ਉਸ ਸਾਰੇ ਮਾਮਲੇ ਦੇ ਵਿੱਚ ਕਰਦੇ ਇਹਨਾਂ ਨੇ ਇੱਕ ਸਿੱਟ ਬਣਾਤੀ ਹੈ, IG ਉੱਥੇ ਗਏ, ਸਿੱਟ ਬਣਾਤੀ। ਸਿੱਟ ਆਲੇ ਦੁਆਲੇ ਕਹਿੰਦੇ ਨੇ ਉਹ ਕਰ ਰਹੀ ਹੈ, ਅਤੇ ਕੁਝ ਬੰਦੇ ਅਰੈਸਟ ਕਰਨ ਦੀ ਗੱਲ ਹੈ। ਕੁਝ CCTV ਕੈਮਰੇ, ਜਿਹੜਾ ਮਾਨਸਾ ਕੈਂਚੀਆਂ ਦੇ ਨੇੜੇ ਇੱਕ ਢਾਬਾ ਜੀ,
ਉਸ ਢਾਬੇ ਦੇ ਉੱਤੇ ਬੈਠੇ ਕੋਈ ਬੰਦਿਆਂ ਨੂੰ ਉਹਨੂੰ ਨੂੰ ਮੰਨਿਆ ਜਾ ਰਿਹਾ ਜੇ ਸ਼ੱਕੀ ਕਿ ਇਹ ਹੋ ਸਕਦੇ ਨੇ ਜਿਹੜੇ ਇਸ ਪੱਧਰ ਦੇ ਇਹ ਬੰਦੇ ਨੇ। ਅਤੇ ਕਾਰਾਂ ਜਿਹੜੀਆਂ ਲੱਭੀਆਂ ਕਿ ਨੇੜੇ ਦੇ ਪਿੰਡ ਦੀ ਪਲੇਟ ਲੱਗੀ ਆ ਫਲਾਨਾ, ਉਹ ਕਾਰਾਂ ਦੇ ਵਿੱਚ ਵੀ ਕਨਫਿਊਜ਼ਨ ਹੈ ਕਿ ਉਹ ਪਲੇਟ ਉਹ ਲਾ ਲਈ ਅਤੇ ਬੰਦਾ ਹੋਰ ਨਿਕਲਿਆ। ਅਜੇ ਬਹੁਤ ਨੇੜੇ ਨਹੀਂ, ਪੁਲਿਸ ਇਹ ਕਹਿ ਰਹੀ ਅਸੀਂ ਨੇੜੇ ਪਹੁੰਚ ਚੁੱਕੇ ਹਾਂ, ਪਰ ਹਜੇ ਨਹੀਂ ਹੈ। ਔਰ ਜਿਹਨੇ ਜ਼ਿੰਮੇਵਾਰੀ ਲਈ ਆ ਉਹ ਕੈਨੇਡਾ ਦੇ ਵਿੱਚ ਹੈ ਜੀ, ਗੋਲਡੀ ਬਰਾੜ। ਆ ਇੱਕ ਹੋਰ ਹੈ ਗੋਲਡੀ ਬਰਾੜ ਦੀ ਚੀਫ ਮਿਨਿਸਟਰ ਨਾਲ ਮੀਟਿੰਗ ਚੱਲ ਰਹੀ ਹੈ ਜਿਹੜੀ ਗੱਲ, ਉਹਨੇ ਵੀ ਫੇਸਬੁੱਕ 'ਤੇ ਕਿਹਾ ਵੀ ਭਾਈ ਮੈਂ ਤਾਂ ਫਾਜ਼ਿਲਕਾ ਦੇ ਫਲਾਣੇ ਪਿੰਡ ਦਾ, ਮੇਰਾ ਕੋਈ ਇਹੋ ਜਿਹੀ ਗੱਲ ਨਹੀਂ ਹੈ। ਅਤੇ ਲੋਕ ਉਹੀ ਪਾਈ ਜਾਂਦੇ ਨੇ ਕਿਉਂਕਿ ਸੋਸ਼ਲ ਮੀਡੀਆ 'ਤੇ ਪੁਸ਼ਟੀ ਤੋਂ ਬਿਨਾਂ ਵੀ ਚੱਲਦੀਆਂ ਨੇ। ਗੋਲਡੀ ਬਰਾੜ ਉਹੀ ਹੈ ਜਾਂ ਹੋਰ ਹੈ, ਕਿਸੇ ਹੋਰ ਨਹੀਂ ਚੱਕਣ ਵਗ ਜੇ ਪੁਲਿਸ ਜੀ। ਇਹ ਇੱਕ ਮਾਹੌਲ ਚੱਲਦਾ, ਇਹ 'ਚ ਸੀਰੀਅਸ ਨਹੀਂ। ਮਤਲਬ ਅਜੇ ਤੱਕ ਪੁਲਿਸ ਜਾਂ ਸਰਕਾਰ ਲੋਕਾਂ ਨੂੰ ਇਹ ਧਰਵਾਸ ਕਲੀਅਰ ਘੱਟ ਨਹੀਂ ਦਵਾ ਸਕੀ। ਉਹਦੇ ਮਾਂ ਬਾਪ ਇੱਕ 28-29 ਸਾਲ ਦਾ ਇੱਕ ਉੱਭਰਵਾਂ ਗਾਇਕ ਜਿਹੜਾ ਹੈ, ਜਿਹਨੇ ਦੁਨੀਆ ਭਰ ਦੇ ਵਿੱਚ ਮਾਨਤਾ, ਇੱਕ ਘੱਟ ਨੌਜਵਾਨ ਜਿਹੜਾ ਯੂਥ ਸੀ ਪੰਜਾਬੀ ਉਹਨੂੰ ਮੰਨਦੇ ਸੀ, ਉਹਦੇ ਗੀਤਾਂ ਨਾਲ, ਉਹਦੇ ਗੀਤਾਂ ਦੇ ਸਟਾਈਲ ਨਾਲ, ਉਹਦੀ ਭਾਸ਼ਾ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਇਹ ਇੱਕ ਅਲੱਗ ਪਹਿਲੂ ਨੇ, ਕਿਉਂਕਿ ਹਰ ਬੰਦੇ ਦੇ ਆਪੋ ਆਪਣੇ ਬਖਰੇਵੇਂ, ਆਪੋ ਆਪਣੇ ਦਾ ਇੱਕ ਤਰੀਕਾਕਾਰ ਹੋ ਸਕਦਾ। ਬਿਲਕੁਲ। ਪਰ ਇਸ ਤਰ੍ਹਾਂ ਦਾ ਜਿਹੜਾ ਬਿਲਕੁਲ ਰੜੇ ਮੈਦਾਨ ਲੋਕਾਂ ਦੇ ਸਾਹਮਣੇ ਜਨਤਕ ਤੌਰ 'ਤੇ ਕਤਲ ਜਿਹੜਾ ਹੈ ਜੀ, ਇਹ ਪੂਰੀ ਸਟੇਟ ਦੇ ਲਾ ਐਂਡ ਆਰਡਰ ਨੂੰ, ਪੂਰੀ ਸਟੇਟ ਦੇ ਆਪਣੇ ਪ੍ਰਭਾਵ ਨੂੰ ਉਹਨੂੰ ਐਕਸਪੋਜ਼ ਕਰਦਾ ਕਿ ਤੁਹਾਡਾ ਕੋਈ ਇੱਥੇ ਸੁਰੱਖਿਆ ਦਾ ਵਾਤਾਵਰਨ ਨਹੀਂ ਹੈ। ਜਿਹਦੇ ਮਰਜ਼ੀ ਗੋਲੀਆਂ ਮਾਰ ਕੇ, ਇਹ ਤੋਂ ਪਹਿਲਾਂ ਟੂਰਨਾਮੈਂਟ ਦੇ ਵਿੱਚ ਹੀ ਗਰਾਊਂਡ ਦੇ ਵਿੱਚ ਹੀ ਕਪੂਰਥਲੇ ਵਾਲਾ ਉਹ ਕਬੱਡੀ ਪਲੇਅਰ, ਇੰਟਰਨੈਸ਼ਨਲ ਕਬੱਡੀ ਪਲੇਅਰ, ਜੀ ਬਿਲਕੁਲ, ਉਹਦਾ ਵੀ ਕਤਲ ਇਸੇ ਤਰੀਕੇ ਨਾਲ ਹੋਇਆ। ਇਹ ਸਾਰੇ ਇਸ ਮਾਮਲੇ ਦੇ ਵਿੱਚ ਹੋ ਰਹੇ ਨੇ। ਫਿਰ ਇਹ ਹੋਇਆ ਕਿ ਉਹਨਾਂ ਨੇ ਮਤਲਬ ਪੂਰੀ ਸਰਕਾਰ ਵੱਲੋਂ ਪੋਲੀਟੀਕਲ ਹਾਇਰਾਰਕੀ 'ਚੋਂ ਚੀਫ ਮਿਨਿਸਟਰ ਜੀ, ਕੋਈ ਹੋਰ ਮੰਤਰੀ ਆ ਕੇ ਸਾਹਮਣੇ ਪ੍ਰੈਸ ਕਾਨਫਰੰਸ ਲਈ ਕਰਨ ਲਈ ਤਿਆਰ ਨਹੀਂ ਹੋਇਆ ਅੱਜ ਤੱਕ ਕਿ ਗੱਲ ਦੱਸੇ ਕਿ ਕੀ ਹੈ। ਜੀ, ਡੀਜੀਪੀ ਆਉਂਦਾ, ਉਹ ਪੱਤਰਕਾਰਾਂ ਦੇ ਸਵਾਲ ਸੁਣਨ ਲਈ ਤਿਆਰ ਨਹੀਂ ਹੈ, ਸਵਾਲ ਦੇ ਜਵਾਬ ਦੇਣ ਲਈ ਤਿਆਰ ਨਹੀਂ ਹੈ। ਇਹੋ ਜਿਹੇ ਮੌਕੇ, ਬਲਕਿ ਸੰਕਟ ਦੇ ਮੌਕੇ ਸਰਕਾਰਾਂ ਤੋਂ ਇਹ ਮੰਨਿਆ ਜਾਂਦਾ ਉਹ ਜ਼ਿਆਦਾ ਤੋਂ ਜ਼ਿਆਦਾ ਠਰਮੇ ਨਾਲ ਬੈਠਦੀਆਂ ਨੇ, ਗੱਲ ਕਰਦੀਆਂ ਨੇ ਤਾਂ ਕਿ ਲੋਕਾਂ 'ਚ ਵੱਧ ਤੋਂ ਵੱਧ ਇਹ ਭਾਵਨਾ ਜਾਵੇ ਕਿ ਹਾਂ ਕੋਈ ਸਰਕਾਰ ਕੁਛ ਕਰ ਰਹੀ ਹੈ ਜਾਂ ਕੁਛ ਠੀਕ ਤਰੀਕੇ ਦੀ ਕਰ ਰਹੀ ਹੈ। ਹੁਣ ਫਿਰ ਉਹਦੇ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਇੱਕ ਚਿੱਠੀ ਲਿਖੀ ਸੀ ਚੀਫ ਮਿਨਿਸਟਰ ਨੂੰ ਕਿ ਸਾਨੂੰ ਤੁਹਾਡੀ SIT 'ਤੇ ਕੋਈ ਯਕੀਨ ਨਹੀਂ, ਅਸੀਂ ਪੋਸਟਮਾਰਟਮ ਨਹੀਂ ਕਰਾਵਾਂਗੇ ਅਤੇ ਉਨਾ ਚਿਰ ਜਿੰਨਾ ਚਿਰ ਰਿਟਾਇਰਡ ਨਹੀਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਵੇ। ਦੂਜੀ ਗੱਲ ਇਹ ਹੈ ਵੀ ਇਹਦੇ 'ਚ NIA ਅਤੇ CBI ਨੂੰ ਵੀ ਇਨਵੋਲਵ ਕੀਤਾ ਜਾਵੇ ਕਿ ਜਾਂਚ ਦੇ ਸਾਰੇ ਮਾਮਲੇ ਦੇ ਵਿੱਚ, ਉਹ ਸਾਰੇ ਮਾਮਲੇ 'ਚ। ਤੀਜੀ ਗੱਲ ਇਹ ਹੈ ਕਿ DGP ਨੇ ਜਿਹੜੀ ਇਹ ਗੱਲ ਕਹੀ ਹੈ ਕਿ ਇਹ ਗੈਂਗਵਾਰ ਹੈ। ਇਹ ਗੈਂਗਵਾਰ ਕੀ ਹੈ? ਤੁਸੀਂ ਸਿੱਧੂ ਮੂਸੇਵਾਲੇ ਨੂੰ ਗੈਂਗਸਟਰ ਕਰਾਰ ਦੇ ਰਹੇ ਹੋ ਜਾਂ ਤੁਸੀਂ ਕੌਣ ਕੀ ਕਹਿ ਰਹੇ ਹੋ? ਬਿਲਕੁਲ। ਔਰ ਉਹ ਵੀ ਇੱਕ ਗੱਲ ਆਈ ਅਤੇ ਉਹਦੇ ਤੋਂ ਇਲਾਵਾ ਜਿਹੜੀਆਂ ਬਾਕੀ ਦਾ ਗੱਲਾਂ ਲਿਖ ਕੇ ਅਤੇ ਉਹਨਾਂ ਨੇ ਮਤਲਬ ਇਹ ਐਡਾ ਇਹਦੇ ਤੋਂ ਲੱਗ ਰਿਹਾ ਕਿ ਸਰਕਾਰ 'ਤੇ ਪ੍ਰੈਸ਼ਰ ਕਾਫੀ ਜ਼ਿਆਦਾ ਹੈ ਅਤੇ ਚੀਫ ਮਿਨਿਸਟਰ ਨੇ ਇਹ ਫੈਸਲਾ ਕੀਤਾ ਕਿ ਉਹ ਮੰਗਾਂ ਉਹ ਮੰਨ ਲਈਆਂ ਨੇ ਜੀ। ਔਰ ਉਹ ਮੰਨਣ ਦੇ ਨਾਲ ਨਾਲ ਇਸੇ ਕਰਕੇ ਜਿਹੜਾ ਪ੍ਰਿੰਸੀਪਲ ਸੈਕਟਰੀ ਜਾਂ ਜਿਹੜਾ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ, ਐਡੀਸ਼ਨਲ ਚੀਫ ਸੈਕਟਰੀ ਹੋਮ ਹੈ ਜੀ, ਅਨੁਰਾਗ ਵਰਮਾ, ਉਹਨੇ ਚਿੱਠੀ ਲਿਖਤੀ ਹੈ ਰਜਿਸਟਰਾਰ ਨੂੰ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨੂੰ, ਕਿ ਇੱਕ ਸਿਟਿੰਗ ਜੱਜ ਪ੍ਰੋਵਾਈਡ ਕੀਤਾ ਜਾਏ ਜਿਹਦੇ ਨਾਲ ਇਹ ਜਾਂਚ ਹੋ ਸਕੇ। ਇੱਕ ਰਿਕੁਐਸਟ ਕੀਤੀ ਹੈ ਹਾਈ ਕੋਰਟ ਨੂੰ, ਉਹ ਹੋ ਗਈ ਹੈ। ਦੂਜੀ ਗੱਲ DGP ਨੂੰ ਸਪਸ਼ਟੀਕਰਨ ਦੇਣਾ ਪਿਆ ਆ ਕੇ। ਉਹਨਾਂ ਨੇ ਚੀਫ ਮਿਨਿਸਟਰ ਨੇ ਕਿਹਾ ਕਿ ਦਿਓ। ਉਹਨੇ ਕਿਹਾ ਕਿ ਮੈਂ ਬਹੁਤ ਰਿਸਪੈਕਟ ਕਰਦਾ ਸਿੱਧੂ ਮੂਸੇਵਾਲਾ ਦੀ, ਕੋਈ ਮੈਂ ਉਹਨਾਂ ਨੂੰ ਗੈਂਗਸਟਰ ਨਹੀਂ ਕਿਹਾ ਜਾਂ ਗੈਂਗਵਾਰ ਦੀ ਕੋਈ ਗੱਲ ਨਹੀਂ, ਕਿਉਂਕਿ ਗੈਂਗਵਾਰ ਕਹਿ ਕੇ ਮਾਮਲਾ ਨਿਪਟਾ ਦੇਣਾ ਇਹ ਪੁਲਿਸ ਦੇ ਹੱਕ 'ਚ ਵੀ ਜਾਂਦਾ ਹੈ, ਸਰਕਾਰ ਦੇ ਹੱਕ 'ਚ ਵੀ ਜਾਂਦਾ ਹੈ। ਮਾਮਲੇ ਇਦੋਂ ਸੀਰੀਅਸ ਵੀ ਹੋ ਸਕਦੇ ਨੇ ਡੂੰਘਾਈ ਦੇ ਵਿੱਚ। ਕੋਈ ਜ਼ਰੂਰੀ ਥੋੜ੍ਹੀ ਹੈ ਕੋਈ ਇਕੱਲਾ ਗੈਂਗ ਦਾ। ਪਹਿਲੇ ਤਾਂ ਨਹੀਂ ਤੁਸੀਂ ਆਏ ਨਹੀਂ ਨਾ, ਅਜੇ ਤੱਕ ਕੋਈ ਬੰਦਾ ਨਹੀਂ ਫੜਿਆ, ਕੋਈ ਗੱਲ ਨਹੀਂ। ਕਿਸੇ ਨੇ ਉੱਥੇ ਨੇ ਬੈਠੇ ਨੇ ਫੇਸਬੁੱਕ 'ਤੇ ਕਹਿ ਤਾ ਮੈਂ ਲਈ ਹੈ ਜ਼ਿੰਮੇਵਾਰੀ। ਇਹਨੂੰ ਮੰਨਿਆ ਥੋੜ੍ਹੀ ਜਾ ਸਕਦਾ ਹੁੰਦਾ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਕੋਈ ਇੰਟਰੋਗੇਸ਼ਨ ਨਹੀਂ ਕਰਦੇ, ਬੰਦੇ ਨਹੀਂ ਫੜਦੇ ਜਾਂ ਬਾਕੀ ਦੀਆਂ ਚੀਜ਼ਾਂ ਨੇ। ਉਹਦੇ 'ਤੇ ਇਹਨਾਂ ਨੂੰ ਵਿਡਰਾ ਕਰਨਾ ਪਿਆ। ਹੁਣ ਕਿਹਾ ਜਾ ਰਿਹਾ ਕਿ ਐਟ ਪ੍ਰੈਜੈਂਟ ਜਿਹੜਾ ਹੁਣ ਇਸ ਸਮੇਂ ਪੋਸਟਮਾਰਟਮ ਸਟਾਰਟ ਹੋਇਆ ਅਤੇ ਘਰ ਦੇ ਇਸ ਲਈ ਮੰਨੇ ਨੇ ਕਿ ਪੋਸਟਮਾਰਟਮ ਫਰੀਦਕੋਟ ਮੈਡੀਕਲ ਕਾਲਜ ਦੇ ਡਾਕਟਰ ਨੇ, ਬਾਕੀ ਹੋਰ ਇੱਕ ਬੋਰਡ ਬਣਿਆ ਅਤੇ ਬੋਰਡ ਪੋਸਟਮਾਰਟਮ ਕਰ ਰਿਹਾ ਅਤੇ ਹੋ ਜਾਏਗਾ ਪੋਸਟਮਾਰਟਮ ਜਦ ਤੱਕ। ਪਰ ਇੱਕ ਨਾਲ ਹੋਰ ਗੱਲ ਇਹ ਹੈ ਕਿ ਇਕੱਲਾ ਇੱਥੇ ਨਹੀਂ, ਉੱਥੇ ਬਹੁਤ ਵੱਡੇ ਪੱਧਰ 'ਤੇ ਲੋਕਾਂ ਦਾ ਹਜੂਮ ਵੱਧ ਰਿਹਾ। ਸ਼ਹਿਰ ਦੇ ਵਿੱਚ ਵੀ ਆਲੇ ਦੁਆਲੇ ਨਾਅਰੇਬਾਜ਼ੀ ਹੋ ਰਹੀ ਹੈ। ਈਵਨ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ, ਆਲੇ ਦੁਆਲੇ ਹੋਰ ਬਹੁਤ ਜਗ੍ਹਾ ਪ੍ਰੋਟੈਸਟ ਹੋ ਰਹੇ ਨੇ। ਅਤੇ ਇੱਥੇ ਲਾ ਐਂਡ ਆਰਡਰ ਦੀ ਵੀ ਸਰਕਾਰ ਨੂੰ ਇੱਕ ਸਮੱਸਿਆ, ਜਿਹੜੇ ਬੰਦੇ ਬੈਠੇ ਹੋਏ ਨੇ। ਪਹਿਲੀ ਰਾਤ ਲੰਘ ਗਈ, ਅੱਜ ਵੀ ਪੋਸਟਮਾਰਟਮ ਦੀ ਮੈਨੂੰ ਲੱਗਦਾ ਕਿੰਨਾ ਟਾਈਮ ਲੱਗਦਾ ਪਤਾ ਨਹੀਂ। ਜੇ ਰਾਤ ਹੋ ਗਈ, ਰਾਤ ਨੂੰ ਨੋਰਮਲੀ ਸੰਸਕਾਰ ਘੱਟ ਕਰਦੇ ਨੇ, ਫਿਰ ਰਾਤ ਲੰਘੂਗੀ, ਫਿਰ ਅਗਲੇ ਦਿਨ ਹੁੰਦਾ ਜਾਂ ਉਦੋਂ ਪਹਿਲਾਂ ਸੰਸਕਾਰ ਹੋ ਜਾਂਦਾ। ਇਹਦੇ 'ਤੇ ਡਿਪੈਂਡ ਕਰੇਗਾ। ਪਰ ਇਹ ਘਟਨਾ ਨੇ ਬਹੁਤ ਬੁਰੀ ਤਰ੍ਹਾਂ ਸਾਡੇ ਜਿਹੜਾ ਲਾ ਐਂਡ ਆਰਡਰ 'ਤੇ
ਇੱਕ ਓਵਰਆਲ ਉਹਨੂੰ ਝੰਜੋੜ ਕੇ ਰੱਖਤਾ ਸਾਡੀ ਸਰਕਾਰ ਦੇ ਸਾਰੇ ਤਾਣੇ ਬਾਣੇ ਨੂੰ ਵੀ ਤੇ ਲੋਕਾਂ ਦੇ ਦਿਲਾਂ ਨੂੰ ਤੇ ਹਿਰਦਿਆਂ ਨੂੰ ਵੀ। ਜੀ ਹਮੀਰ ਜੀ, ਸਿੱਧੂ ਮੂਸੇਵਾਲਾ ਜਿੱਥੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਇੱਕ ਗਾਇਕ ਸੀਗਾ, ਉੱਥੇ ਹੀ ਜਿਹੜਾ ਹੈਗਾ ਕਾਂਗਰਸ ਦਾ ਲੀਡਰ ਵੀ ਸੀਗਾ। ਜਿਵੇਂ ਤੁਸੀਂ ਦੱਸਿਆ ਵੀ ਕਿ ਉਹ ਵਿਧਾਨ ਸਭਾ ਚੋਣਾਂ ਵੀ ਲੜ ਕੇ ਹਟੇ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਹੱਤਿਆ ਤੋਂ ਬਾਅਦ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਸੱਤਾਧਾਰੀ ਧਿਰ ਨੂੰ ਘੇਰਿਆ ਜਾ ਰਿਹਾ, ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ, ਕੁਐਸਚਨ ਕੀਤੇ ਜਾ ਰਹੇ ਨੇ, ਪਰ ਸਰਕਾਰ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਅਸੀਂ ਜਾਣਨਾ ਚਾਹਾਂਗੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬ ਦੀ ਸਿਆਸਤ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ? ਬਿਨਾਂ ਸ਼ੱਕ ਗਵਰਨਮੈਂਟ ਫਸੀ ਹੈ ਤੇ ਕਾਂਗਰਸ ਨੇ ਤਾਂ ਉਦੋਂ ਵੀ ਡੀਜੀਪੀ ਤੋਂ ਵੀ ਬੜਾ ਲੇਟ ਜਾ ਕੇ ਪ੍ਰੈਸ ਕਾਨਫਰੰਸ, ਰਾਤ ਤੱਕ ਇਹੀ ਕੰਮ ਚੱਲਦਾ ਰਿਹਾ। ਸੁਣਿਆ ਕਿ ਉਹਨਾਂ ਦਾ ਪ੍ਰਧਾਨ ਕਿਤੇ ਬਾਹਰ ਹਿਮਾਚਲ 'ਚ ਗਿਆ ਸੀ ਆਪਣੇ ਬੱਚਿਆਂ ਦੇ ਨਾਲ, ਤੇ ਉੱਥੋਂ ਆਇਆ ਮੰਗਾਇਆ ਤੇ ਲੇਟ ਜਾ ਕੇ ਉਹ ਕੀਤਾ ਜਿਹੜਾ ਰਾਜਾ ਬਣਿੰਗ। ਤੇ ਉਹਨਾਂ ਨੇ ਤਾਂ ਡਿਮਾਂਡ ਰਾਤ ਹੀ ਕੀਤੀ ਕਿ ਡੀਜੀਪੀ ਨੂੰ ਸੈਕ ਕੀਤਾ ਜਾਣਾ ਚਾਹੀਦਾ ਜੀ, ਬਰਖਾਸਤ ਕੀਤਾ ਜਾਣਾ ਚਾਹੀਦਾ, ਜਾਂ ਬਾਕੀ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ। ਪਹਿਲੀ ਗੱਲ ਤਾਂ ਇਹੀ ਹੈ ਕਿ ਸੁਰੱਖਿਆ ਵਾਪਸ ਲੈਣ ਦਾ ਕਿਹਦਾ ਫੈਸਲਾ ਸੀ, ਕਿਸ ਲੈਵਲ 'ਤੇ ਉਹ ਗੱਲ ਹੋਈ, ਕਿਸ ਲੈਵਲ 'ਤੇ ਫਿਰ ਇਹ ਕਿਹਨੇ ਲੀਕ ਕੀਤੀ, ਜਿਹੜੇ ਪੱਧਰ 'ਤੇ ਲੀਕ ਹੋਈ ਉਹਦੇ ਖਿਲਾਫ ਵੀ ਪਰਚਾ ਦਰਜ ਹੋਣਾ ਚਾਹੀਦਾ। ਉਹਨਾਂ ਨੇ ਮੰਗ ਇਹ ਕੀਤੀ ਹੈ ਕਿ ਪੋਲੀਟੀਕਲ ਹਾਇਰਾਰਕੀ ਦੇ ਖਿਲਾਫ ਤੇ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਮੁਕੱਦਮਾ ਦਰਜ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਕਤਲ ਦੇ ਲਈ ਮਾਹੌਲ ਤਿਆਰ ਕੀਤਾ ਕਿ ਕਤਲ ਇਸ ਲੈਵਲ ਦਾ ਬਣੇ। ਤੇ ਅਕਾਲੀ ਦਲ ਵੀ ਅੱਜ ਗਵਰਨਰ ਨੂੰ ਦੇ ਕੇ ਆਇਆ ਜਿਹੜਾ ਮੰਗ ਪੱਤਰ, ਉਹਨੇ ਪੋਲੀਟੀਕਲ ਸਵਾਲ ਵੀ ਕਈ ਉਠਾਏ ਨੇ। ਪੋਲੀਟੀਕਲ ਸਵਾਲ ਇਹ ਉਠਾਏ ਨੇ ਤੇ ਇੱਕ ਨਾਮ ਵੀ ਲਿਆ, ਇੱਕ ਜਿਹੜੀ ਲੇਡੀ ਮੈਂਬਰ ਹੈ ਉਹਨਾਂ ਦੀ ਦਿੱਲੀ ਦੀ ਟੀਮ ਦੀ ਆਯੂਸ਼ੀ, ਇੱਥੇ ਉਹਨਾਂ ਨੇ ਕਿਹਾ ਕਿ ਉਹ ਸਾਰਾ ਉਹਦੇ ਵੱਲੋਂ ਲੀਕ ਹੁੰਦਾ ਹੈ ਤੇ ਉਹਦੇ ਵੱਲੋਂ ਮੀਡੀਆ ਗਾਈਡ ਹੁੰਦਾ ਹੈ ਤੇ ਉਹ ਮੀਡੀਆ ਨਾਲ ਸਾਰੇ ਕਿਤੇ ਹੁਕਮ ਜਾਂ ਜੋ ਵੀ ਚੀਜ਼ਾਂ ਚੱਲਦੇ ਨੇ ਇਹ ਔਨ ਰਿਕਾਰਡ ਗਵਰਨਰ ਨੂੰ ਦੇ ਕੇ ਮੰਗ ਪੱਤਰ ਉਦੋਂ ਬਾਅਦ ਇਹ ਚੀਜ਼ ਜਿਹੜੀ ਕਹੀ ਗਈ ਹੈ। ਦੂਜੀ ਗੱਲ ਇਸੇ ਲਈ ਇਹ ਗੱਲ ਨੂੰ ਬਾਰ-ਬਾਰ ਉਠਾਇਆ ਗਿਆ ਉਹਨਾਂ ਨੇ ਕਿ ਇਹ ਗੱਲ ਜਨਤਕ ਕਿਹਨੇ ਕੀਤੀ ਹੈ, ਜਿਸ ਪੱਧਰ 'ਤੇ ਗੱਲ ਜਨਤਕ ਹੋਈ ਆ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਫਿਰ ਇਹ ਮਾਮਲਾ ਹਾਈ ਕੋਰਟ ਵੀ ਚਲਾ ਗਿਆ ਜੀ। ਅੱਜ ਹਾਈ ਕੋਰਟ ਨੇ ਵੀ ਇਹਨਾਂ ਦੋਨਾਂ ਸਵਾਲਾਂ 'ਤੇ ਜਵਾਬ ਮੰਗਿਆ ਕਿ ਜਨਤਕ ਕਿਹਨੇ ਕੀਤੀ ਤੇ ਮਤਲਬ ਇਹ ਤੋਂ ਪਹਿਲਾਂ ਮਾਈਂਡ ਅਪਲਾਈ ਹੋਇਆ ਕਿ ਨਹੀਂ ਹੋਇਆ, ਸਿਕਿਉਰਿਟੀ ਦੇ ਇਕੱਲੀ ਗੱਲ 'ਤੇ ਇਹ ਸਵਾਲ ਨੇ। ਹੁਣ ਇਹਦਾ ਜਵਾਬ ਸਰਕਾਰ ਵੱਲੋਂ ਅਜੇ ਦਿੱਤੇ ਨਹੀਂ ਬਣ ਰਿਹਾ ਕਿ ਕੀ ਜਵਾਬ ਦਿੱਤਾ ਕੀ ਜਾਏ ਜੀ। ਇਸੇ ਕਰਕੇ ਇਹ ਗੱਲ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਕਿ ਜਿਹੜਾ ਪ੍ਰਸ਼ਾਸਨਿਕ ਤੌਰ 'ਤੇ ਸਰਕਾਰ ਇਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਰਹੀ, ਕੋਈ ਕੋਆਰਡੀਨੇਸ਼ਨ ਨਹੀਂ। ਜੇ ਤੁਸੀਂ ਹੁਣ ਇੱਕ ਗੱਲ ਕਹੋ ਕਿ ਡੀਜੀਪੀ ਨੇ ਇਹ ਕਹਿਤਾ ਸੀ ਗੱਲ ਕਿ ਇਹ ਗੈਂਗਵਾਰ ਦਾ ਨਤੀਜਾ ਲੱਗਦਾ, ਚੀਫ ਮਿਨਿਸਟਰ ਉਹਦੇ ਤੋਂ ਮਤਲਬ ਸਪਸ਼ਟੀਕਰਨ ਮੰਗਦੇ ਨੇ, ਇਹਦਾ ਮਤਲਬ ਪਹਿਲਾਂ ਤੁਹਾਡੀ 4-5 ਘੰਟੇ ਕੋਈ ਗੱਲ ਨਹੀਂ ਹੁੰਦੀ ਜੀ। ਬਿਲਕੁਲ ਇੱਕ ਸਿਸਟਮ ਹੁੰਦਾ ਹੈ, ਚੀਫ ਮਿਨਿਸਟਰ ਤੱਕ ਹਿੱਲ ਜਾਂਦਾ, ਐਡਾ ਇੰਪੋਰਟੈਂਟ ਘਟਨਾ ਸੀ, ਐਡਾ ਸਾਰਾ ਪੰਜਾਬ ਤੇ ਪੂਰੀ ਦੁਨੀਆ ਦੇ ਵਿੱਚ ਰੌਲਾ ਪੈ ਗਿਆ, ਤੁਹਾਡੀ ਇੱਕ ਲਾਈਨ ਤਾਂ ਬਣਨੀ ਚਾਹੀਦੀ ਹੈ ਕਿ ਤੁਹਾਡਾ ਕੀ ਕਿਹਾ, ਤੁਸੀਂ ਕੀ ਕਹਿਣਾ ਕੀ ਨਹੀਂ ਕਹਿਣਾ ਕਿਸੇ ਟਾਈਪ ਦਾ ਵੀ। ਜਦੋਂ ਉਹ ਨਹੀਂ ਕਹਿੰਦੇ, ਅਗਲੀ ਗੱਲ ਪੋਲੀਟੀਕਲੀ ਜਿਹੜੀ ਆਮ ਆਦਮੀ ਪਾਰਟੀ ਦੇ ਕੋਲ ਉਹਨੇ ਦਿੱਲੀ ਚਲਾਈ ਹੋਈ ਹੈ, ਦਿੱਲੀ ਜਿਹੜੀ ਹੈ ਉਹ ਮਿਊਨਿਸਪਲ ਕਮੇਟੀ ਵਰਗੀ ਹੈ, ਮਿਊਨਿਸਪਲ ਕਾਰਪੋਰੇਸ਼ਨ ਵਰਗੀ ਹੈ, ਉਹ 'ਚ ਕੋਈ ਵੱਡੇ ਮੁੱਦੇ ਨਹੀਂ। ਮਿਊਨਿਸਪਲ ਕਾਰਪੋਰੇਸ਼ਨ ਦਾ ਕੀ ਕੰਮ ਹੁੰਦਾ, ਪਾਣੀ ਦੇਣਾ, ਬਿਜਲੀ ਦੇਣਾ, ਸੜਕ ਠੀਕ ਕਰ ਦੇਣੀ, ਜੇ ਉਹ ਇਹ ਮਾਮਲੇ ਨਹੀਂ ਨਾ ਹੁੰਦੇ ਜਿਹੜੇ ਵੱਡੇ ਸੈਂਸਿਟਿਵ ਮਾਮਲੇ ਹੁੰਦੇ ਨੇ। ਤੇ ਮੈਨੂੰ ਨਹੀਂ ਲੱਗਦਾ ਕਿ ਦਿੱਲੀ ਤੋਂ ਕੋਈ ਇਸ ਗੱਲ ਨੂੰ ਡਿਕਟੇਟ ਕਰ ਸਕਦਾ ਬੈਠ ਕੇ ਬੰਦਾ, ਕਿਉਂਕਿ ਨਾ ਉਹਦਾ ਐਕਸਪੀਰੀਅੰਸ ਹੈ, ਨਾ ਉਹਦੇ ਪੰਜਾਬ ਦੀ ਨੇਚਰ ਬਾਰੇ, ਨਾ ਪੰਜਾਬ ਦੇ ਪਿਛੋਕੜ ਬਾਰੇ, ਨਾ ਪੰਜਾਬ ਦੇ ਕਲਚਰ ਬਾਰੇ ਕੋਈ ਜਾਣ ਪਛਾਣ ਹੈ ਕਿਸੇ ਟਾਈਪ ਦੀ। ਕਿੰਨੇ ਘੰਟੇ ਤਾਂ ਕੋਈ ਬੋਲਿਆ ਹੀ ਨਹੀਂ, ਬਿਲਕੁਲ ਸਰਕਾਰ ਵੱਲੋਂ ਤਾਂ ਕੋਈ ਬੋਲਿਆ ਹੀ ਨਹੀਂ। ਲਾਸਟ 'ਚ ਇੱਕ ਬੰਦਾ ਉੱਥੇ ਬੈਠਾ, ਪਤਾ ਨਹੀਂ ਕੌਣ MLA ਆ, ਉਹ ਵੀ ਦਿੱਲੀ ਦਾ ਹੀ ਹੈ ਸ਼ਾਇਦ, ਜਿਹੜਾ ਐਵੇਂ ਜਵਾਬ ਦਿੰਦਾ ਕਿ ਸਿੱਧੂ ਮੂਸੇਵਾਲਾ ਆਪਦੇ 2 ਬਾਡੀਗਾਰਡ ਨਾਲ ਕਿਉਂ ਨਹੀਂ ਲੈ ਕੇ ਗਿਆ, ਉਹਨੂੰ ਦਿੱਤੀ ਹੋਈ ਸੀ ਬੁਲਟ ਪ੍ਰੂਫ, ਉਹ ਕਿਉਂ ਨਹੀਂ ਜੇ ਉੱਥੇ ਪੇਸ਼ ਕੀਤਾ ਗਿਆ ਪਹਿਲਾਂ ਜਿਵੇਂ ਸਰਕਾਰ ਨੇ ਉਹਨੂੰ ਬੁਲਟ ਪ੍ਰੂਫ ਗੱਡੀ ਦਿੱਤੀ ਹੋਈ ਸੀ, ਹੈ ਨਾ। ਹਾਲਾਂਕਿ ਉਹਦੇ ਕੋਲ ਬੁਲਟ ਪ੍ਰੂਫ ਆਪਦੀ ਹੈ, ਕਿਹਾ ਜਾਂਦਾ ਹੈ ਲੈਵਰ ਹੈਗੀ ਹੈ, ਕਾਪ ਬਣਾਈ ਹੋਈ ਹੈ, ਤੇ 2 ਬਾਡੀਗਾਰਡ ਉਹਨੂੰ ਰਹਿ ਗਏ 4 ਦੀ ਬਜਾਏ ਜਿਹੜੀਆਂ ਵੀ ਚੀਜ਼ਾਂ ਨੇ। ਪਰ ਜਿੰਨੇ ਵੀ ਐਕਸਪਰਟ ਨੇ, ਜਿੰਨੇ TV ਚੈਨਲਾਂ 'ਤੇ ਅੱਜ ਕੱਲ੍ਹ ਕੋਈ ਯੂਪੀ ਦਾ ਸਾਬਕਾ DGP, ਕੋਈ ਕਿਤੇ ਦਾ DGP, ਕੋਈ ਪੰਜਾਬ ਦਾ, ਸਭ ਲੋਕਾਂ ਨੇ ਕੀਤੇ ਸਭ ਦਾ ਇਹ ਮੰਨਣਾ ਸਿਕਿਉਰਿਟੀ ਐਂਗਲ ਤੋਂ ਕਿ ਸਿਕਿਉਰਿਟੀ ਪ੍ਰੋਵਾਈਡ ਕਰਨਾ ਸਟੇਟ ਦੀ ਜ਼ਿੰਮੇਵਾਰੀ ਹੈ। ਜੇ ਕੋਈ ਬੰਦਾ ਜਿਹਦੀ ਸਿਕਿਉਰਿਟੀ 'ਚ ਉਹ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਨੂੰ ਛੱਡ ਕੇ ਜਾਂਦਾ ਤਾਂ ਇਹ ਉਹਨਾਂ ਦੀ ਜ਼ਿੰਮੇਵਾਰੀਆਂ ਜਾਂ ਨਾ ਉਹਨੂੰ ਜਾਣ ਨਾ ਦੇਣ ਜੀ। ਜੇ ਉਹ ਜ਼ਬਰਦਸਤੀ ਜਾਂਦਾ ਤਾਂ ਨੇੜਲੇ ਥਾਣੇ ਨੂੰ ਸੂਚਿਤ ਕਰਨਾ ਜ਼ਰੂਰੀ ਹੈ ਕਿ ਉਹ ਜਾ ਰਿਹਾ ਜੀ, ਤੇ ਤੁਸੀਂ ਦੇਖ ਲਓ ਕੀ ਕਰਨਾ, ਤੇ ਨਹੀਂ ਤਾਂ ਅਸੀਂ ਫਿਰ ਉਹ ਨਹੀਂ ਉਸ ਪਾਸੇ ਤੋਂ ਜ਼ਿੰਮੇਵਾਰੀ ਜੇਕਰ ਨਹੀਂ ਨਿਭਾਈ ਜਾਂਦੀ। ਔਰ ਕੀ ਇੰਟੈਲੀਜੈਂਸ ਨੂੰ ਨਹੀਂ ਪਤਾ ਕਿ ਉਹ ਬੰਦਾ ਉੱਥੇ, ਉਹਦੇ ਨਾਲ 2 ਹੀ ਬੰਦੇ ਨੇ, ਉਹਦੀ ਟਰੈਕਿੰਗ ਉਹ ਵੀ ਤਾਂ ਰੱਖਦੀ ਹੈ ਨਾ ਹਮੇਸ਼ਾ ਕਿ ਬੰਦਾ ਕਿੱਥੇ ਜਾ ਰਿਹਾ, ਕੀ ਹੈ, ਕਿਵੇਂ ਹੈ, ਕਿਸ ਨਹੀਂ ਹੈ। ਤੇ ਇਹ ਦਲੀਲ ਲੋਕਾਂ ਨੂੰ ਨਾ
ਸਮਝ ਨਹੀਂ ਆ ਰਹੀ ਕਿ ਵੀ ਕੱਲੀ ਇਸੇ ਦਲੀਲ ਗੱਲ ਨੂੰ ਮੰਨ ਲੈਣ ਕਿ ਇਸੇ ਕਰਕੇ ਬੰਦਾ ਮਰ ਗਿਆ ਜਾਂ ਬਾਕੀ ਦੀਆਂ ਚੀਜ਼ਾਂ ਨੇ। ਜੀ ਤੇ ਇਹ ਗੱਲਾਂ ਬਾਰ-ਬਾਰ ਉਹਨਾਂ ਨੇ ਟਰਾਈ ਕੀਤੀ ਵੀ ਜਿਵੇਂ ਅਸੀਂ ਜਚਾ ਦਿੰਦੇ ਹਾਂ ਉਹੀ ਗੱਲ ਬਾਰ-ਬਾਰ ਕਹਿ ਕੇ, ਜਿਹੜੀਆਂ ਗਹਿਰੀਆਂ ਗੱਲਾਂ ਹੁੰਦੀਆਂ ਨੇ ਅਜੇ ਗਹਿਰਾਈ ਹੈ ਨਹੀਂ ਪ੍ਰਸ਼ਾਸਨਿਕ ਢਾਂਚੇ ਦੇ ਵਿੱਚ। ਔਰ ਮੈਨੂੰ ਇਹ ਲੱਗਦਾ ਕਿ ਪ੍ਰਸ਼ਾਸਨਿਕ ਢਾਂਚੇ 'ਚ ਇੱਕ ਹੋਰ ਗੱਲ ਬੜੀ ਵੱਡੀ ਇੰਪੋਰਟੈਂਟ ਹੈ, ਜੀ ਉਹ ਇਹ ਹੈ ਕਿ ਇਹਨਾਂ 'ਚ ਕੋਆਰਡੀਨੇਸ਼ਨ ਨਹੀਂ ਹੈ, ਤਾਲਮੇਲ ਨਹੀਂ ਹੈ। ਕਿਸੇ ਨੂੰ ਹੇਠਲੇ ਅਫਸਰ ਨੂੰ ਪਤਾ ਹੀ ਨਹੀਂ ਕਿ ਉਹਨੇ ਕਿਹਦੀ ਮੰਨਣੀ ਹੈ। ਉਹ ਰਾਘਵ ਚੱਡੇ ਦੀ ਮੰਨੇ, ਭਗਵੰਤ ਮਾਨ ਦੀ ਮੰਨੇ, ਕੇਜਰੀਵਾਲ ਦੀ ਮੰਨੇ, ਡੀਜੀਪੀ ਦੀ ਮੰਨੇ, ਚੀਫ ਸੈਕਟਰੀ ਦੀ ਮੰਨੇ ਕਿਹਦੀ? ਬਿਲਕੁਲ ਉੱਪਰ ਪੋਲੀਟੀਕਲ ਹਾਇਰਾਰਕੀ ਦੇ ਵਿੱਚ। ਜਦੋਂ ਤੁਹਾਡੇ ਕੋਲ ਕੋਈ ਐਸਾ ਸਿਸਟਮ ਨਹੀਂ ਹੁੰਦਾ ਯੂਨਿਟੀ ਦੇ ਹਾਇਰਾਰਕੀ ਦੇ ਵਿੱਚ ਕਿ ਕਿਹੜਾ ਬੰਦਾ ਅੰਤਮ ਹੈ, ਇਹ ਵੀ ਇੱਕ ਗੱਲ ਹੈ। ਤੇ ਇੱਕ ਹੋਰ ਗੱਲ ਵੀ ਜਿਹੜੀ ਮੈਨੂੰ ਲੱਗਦਾ ਇੰਟਰਸਟਿੰਗ ਹੈ ਕਿ ਚੀਫ ਮਿਨਿਸਟਰ ਸਮੇਤ ਕੋਈ ਵੀ ਪੋਲੀਟੀਕਲ ਤੇ ਬੰਦਾ ਜਿਹੜਾ ਇਹ ਸਮਝਦਾ ਹੋਵੇ ਇਹ, ਔਰ ਉਹ ਉੱਥੇ ਉਹਦੇ ਘਰ ਤੱਕ ਜਾਂ ਕਿਤੇ ਤੱਕ ਜਾਣ ਦੀ ਉਹਨੇ ਹਿੰਮਤ ਨਹੀਂ ਕੀਤੀ। ਜੀ ਜੇ ਜਾ ਕੇ ਸੋਕ ਦੇ ਵਿੱਚ ਤੁਸੀਂ ਬੈਠ ਜਾਓ, ਜਾ ਕੇ ਕਹੋ ਕਿ ਅਸੀਂ ਉਹਨਾਂ ਨੂੰ ਉਹ ਨਹੀਂ ਕਰਨ ਦਿਆਂਗੇ। ਕਈ ਵਾਰ ਇਹ ਵਾਪਰਦਾ, ਕਈ ਵੱਡੇ ਔਰੇ ਵਾਲੇ ਚੀਫ ਮਿਨਿਸਟਰ ਬਥੇਰੇ ਵਾਰ ਹੁੰਦੇ ਨੇ, ਜਾ ਕੇ ਚਲੇ ਜਾਂਦੇ ਨੇ ਵੀ ਯਾਰ ਗੱਲ ਕੋਈ ਗੱਲ ਨਹੀਂ ਵਾਪਰਿਆ, ਪਰ ਮੈਂ ਬਹੁਤ ਦੁਖੀ ਹਾਂ, ਤਕਲੀਫ 'ਚ ਹਾਂ, ਦੋ ਤੁਸੀਂ ਕਹੋਗੇ ਆਪਾਂ ਉਵੇਂ ਕਰਦੇ ਹਾਂ, ਜੀ ਤਾਂ ਵੀ ਬੰਦਾ ਉਹ ਗੱਲ ਕਰਦਾ ਹੈ ਨਾ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜੇ ਮਿਸਿੰਗ ਗੈਪ ਨੇ, ਉਹ ਸਰਕਾਰ ਦੀ ਜਿਹੜੀ ਇੱਕ ਮੈਚਿਓਰਿਟੀ ਹੁੰਦੀ ਹੈ ਉਹ 'ਤੇ ਸਵਾਲ ਖੜੇ ਕਰਦੇ ਨੇ ਕਿ ਜਿਹੜਾ ਇੱਕ ਤਜਰਬੇ ਦੀ ਗੱਲ ਹੁੰਦੀ ਹੈ, ਇੱਕ ਪੋਲੀਟਿਕਸ ਦੀ ਗੱਲ ਹੁੰਦੀ ਹੈ ਕਿ ਤੁਸੀਂ ਪੋਲੀਟੀਕਲੀ ਮੈਚਿਓਰ ਹੁੰਦੇ ਹੋ, ਇੱਕ ਤੁਹਾਡੀ ਸਟੇਟ ਨੂੰ, ਸਟੇਟ ਦੇ ਸੁਭਾਅ ਨੂੰ ਸਮਝਣ ਦੀ ਗੱਲ ਹੁੰਦੀ ਹੈ, ਤੇ ਇੱਕ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਚਲਾਉਣ ਦਾ ਤੁਹਾਡੇ 'ਚ ਇੱਕ ਸਿਆਣਪ ਤੇ ਇੱਕ ਜੁਰਤ ਹੁੰਦੀ ਹੈ। ਇਹ ਸਾਰੀਆਂ ਗੱਲਾਂ 'ਤੇ ਸਵਾਲ ਖੜੇ ਹੋ ਰਹੇ ਨੇ। ਜੀ ਹਮੀਰ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ 'ਚ ਬਣੇ ਨੂੰ ਲਗਭਗ 2.5 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਬੀਤ ਚੁੱਕਿਆ, ਤੇ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਕਈ ਘਟਨਾਵਾਂ ਪੰਜਾਬ 'ਚ ਅਜਿਹੀ ਵਾਪਰ ਚੁੱਕੀਆਂ ਨੇ ਜਿਸ ਨਾਲ ਪੰਜਾਬ ਦਾ ਅਮਨ ਤੇ ਕਾਨੂੰਨ ਜਿਹੜਾ ਹੈ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ। ਅਸੀਂ ਜਾਣਨਾ ਚਾਹਾਂਗੇ ਪੰਜਾਬ 'ਚ ਇਹ ਮਾਹੌਲ ਹੈ, ਇਹ ਅਜਿਹਾ ਮਾਹੌਲ ਬਣਦਾ ਕਿਉਂ ਜਾ ਰਿਹਾ, ਇਸ ਲਈ ਜ਼ਿੰਮੇਵਾਰ ਕੌਣ ਹੈ? ਪੰਜਾਬ 'ਚ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਨੇ ਤੇ ਹੁਣ ਵੀ ਵਾਪਰਦੀਆਂ ਨੇ। ਪੰਜਾਬ ਦੇ ਵਿੱਚ ਇੱਕ ਗਲੋਰੀਫਿਕੇਸ਼ਨ ਅਸਲ ਦੇ ਵਿੱਚ ਇਹ ਹੁੰਦਾ ਹੈ ਕਿ ਨਾਰਮਲੀ ਜਿਹੜੇ ਗੈਂਗਸਟਰ ਵੀ ਨੇ, ਜੀ ਬੜੀ ਵਾਰ ਇਹ ਸਾਹਮਣੇ ਆਇਆ, ਕਿੰਨੇ ਬੰਦਿਆਂ ਨੇ ਕਿਹਾ ਵੀ ਹੈ, ਉਹ ਕੋਈ ਮਾਂ ਦੇ ਪੇਟੋਂ ਨਹੀਂ ਜਨਮ ਲੈਂਦੇ ਨਾ, ਕਿਤੋਂ ਨਾ ਕਿਤੋਂ ਇੱਕ ਮਾਹੌਲ ਦਿੰਦੇ ਹੋ ਤੁਸੀਂ, ਉਹਨਾਂ ਨੂੰ ਮਾਹੌਲ ਬਣਾਉਂਦਾ ਹੈ। ਬਹੁਤ ਸਾਰੇ ਬੰਦਿਆਂ ਨੂੰ ਤਾਂ ਬਹੁਤ ਸਾਰੇ ਬੰਦਿਆਂ ਨੂੰ ਸਿਆਸਤਦਾਨ ਵਰਤਦੇ ਨੇ ਆਪਦੇ ਕੰਮਾਂ ਲਈ, ਜ਼ਮੀਨਾਂ 'ਤੇ ਕਬਜ਼ਿਆਂ ਲਈ, ਮਾਈਨਿੰਗ ਲਈ, ਬਾਕੀ ਲਈ। ਜਦੋਂ ਵਰਤ ਲਿਆ ਤੇ ਉਦੋਂ ਬਾਅਦ ਉਹਨੂੰ ਛੱਡ ਦਿੰਦੇ ਨੇ। ਫਿਰ ਉਹ ਇੰਡੀਪੈਂਡੈਂਟ ਵੀ ਕਈ ਵਾਰ ਜਦ ਬੰਦੇ 'ਤੇ ਮੁਕੱਦਮੇ ਪੈ ਗਏ, ਬਾਕੀ ਚੀਜ਼ਾਂ ਹੋ ਗਈਆਂ ਤਾਂ ਉਹ ਗਰੁੱਪ ਬਣਾ ਲੈਂਦਾ। ਉਹਨੂੰ ਪਤਾ ਮੇਰੀ ਜ਼ਿੰਦਗੀ ਬਹੁਤੀ ਨਹੀਂ, ਤੇ ਉਸ ਲਿਹਾਜ਼ ਨਾਲ ਵੀ ਗੱਲ ਕਰ ਲੈਂਦਾ। ਕਈਆਂ ਨਾਲ ਬੇਇਨਸਾਫੀ ਹੁੰਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਹ ਬੇਇਨਸਾਫੀ ਉਹਨੂੰ ਜਸਟਿਸ ਨਹੀਂ ਮਿਲਦਾ, ਉਹ ਵੀ ਉਸ ਪਾਸੇ ਜਿਹੜਾ ਤੁਰ ਜਾਂਦਾ। ਸਾਡੇ ਕੋਈ ਮੈਟਰੋ ਸਿਟੀ ਟਾਈਪ ਕੰਮ ਨਹੀਂ ਹੈ। ਵੈਸੇ ਗੈਂਗਸਟਰ ਦਾ ਜਿਹੜੀ ਪ੍ਰਣਾਲੀ ਹੈ ਨਾਰਮਲੀ ਵੱਡੇ ਮੈਟਰੋ ਸ਼ਹਿਰਾਂ ਦੇ ਵਿੱਚ, ਉਹਦੇ 'ਚ ਮੁੰਬਈ ਹੈ, ਉੱਥੇ ਕਹਿੰਦੇ ਮਾਫੀਆ ਚੱਲਦਾ ਜੀ, ਐਡਾ ਵੱਡਾ ਸਿਸਟਮ ਹੈ, ਫਿਲਮਾਂ ਨੂੰ ਵੀ ਪੈਸੇ ਦਿੰਦੇ ਨੇ, ਬਾਕੀ ਜਗ੍ਹਾ ਵੀ ਆਉਂਦਾ। ਸਾਡੇ ਕੋਲ ਇਹ ਤਾਂ ਹੈ ਹੀ ਨਹੀਂ। ਇਹਨਾਂ 'ਚ ਜ਼ਿਆਦਾ ਪੇਂਡੂ ਮੁੰਡੇ ਨੇ। ਪੇਂਡੂ ਮੁੰਡੇ ਕਿਸੇ ਮੈਟਰੋ ਸਿਟੀ 'ਚੋਂ ਨਹੀਂ ਆਉਂਦੇ ਨਾ, ਉਹ ਕਿਸੇ ਨਾ ਕਿਸੇ ਕਾਰਨ ਦੇ ਵਿੱਚ ਆਉਂਦੇ ਨੇ। ਇਸ ਲਈ ਇਹਨੂੰ ਅਲੱਗ ਤਰ੍ਹਾਂ ਸਟੱਡੀ ਕਰਨ ਦਾ ਇੱਕ ਕੁਐਸਚਨ ਹੈ ਕਿ ਇਹ ਬੰਦੇ ਕਿਉਂ ਆਉਂਦੇ ਨੇ। ਦੂਜੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ, ਮੈਨੂੰ ਇਹ ਲੱਗਦਾ ਕਿ ਸਾਡਾ ਪੁਲਿਸ ਪ੍ਰਸ਼ਾਸਨ, ਸਿਵਲ ਜਿਹੜੀ ਪੁਲਿਸਿੰਗ ਹੁੰਦੀ ਹੈ ਉਹਦੇ ਲਈ ਅਸੀਂ ਤਿਆਰ ਹੀ ਨਹੀਂ ਕਰ ਪਾਏ ਖਾੜਕੂਬਾਦ ਤੋਂ ਬਾਅਦ। ਉਹ ਆਪਦੇ ਹੀ ਉਸੇ ਮਾਈਂਡ ਸੈੱਟ 'ਚ ਤੁਰਿਆ ਫਿਰਦਾ ਵੀ ਜਦ ਕੋਈ ਖਾੜਕੂਬਾਦ ਆਏਗਾ, ਜਦ 2 ਬੰਦੇ ਆਉਣਗੇ, 4 ਆਪਾਂ ਮਾਰ ਲਾਂਗੇ, 2 ਉਹਨਾਂ ਦੇ ਮਾਰਤੇ ਤੇ ਕੋਈ ਫਰਕ ਨਹੀਂ ਪੈਣਾ। ਜਿਹੜਾ ਇੱਕ ਸੈਂਸ ਆਫ ਸਿਕਿਉਰਿਟੀ ਹੁੰਦਾ, ਲੋਕਾਂ ਦੇ ਵਿੱਚ ਸੁਰੱਖਿਆ ਦੀ ਇੱਕ ਭਾਵਨਾ, ਇੱਕ ਮਾਹੌਲ ਪੈਦਾ ਕਰਨਾ ਹੁੰਦਾ, ਉਹ ਸੁਰੱਖਿਆ ਦੇ ਮਾਹੌਲ ਪੈਦਾ ਕਰਨ ਦੇ ਵਿੱਚ ਅਸੀਂ ਕਾਮਯਾਬ ਹੀ ਨਹੀਂ ਹੋ ਰਹੇ ਜੀ। ਉਹਦੇ 'ਚ ਕੇਵਲ ਪੁਲਿਸ ਦਾ ਕੁਐਸਚਨ ਨਹੀਂ ਹੈ, ਉਹਦੇ 'ਚ ਪੋਲੀਟੀਕਲ ਧਿਰ ਬਹੁਤ ਵੱਡੀ ਜ਼ਿੰਮੇਵਾਰ ਹੈ ਉਹ ਸਾਰੇ ਮਾਮਲੇ ਦੇ ਵਿੱਚ। ਔਰ ਇਹ ਕਾਰਨ ਹੈ, ਇੱਕ ਇਕੱਲਾ ਰੁਜ਼ਗਾਰ ਨਹੀਂ ਹੈ, ਰੁਜ਼ਗਾਰ ਇੱਕ ਕਾਰਨ ਹੈਗਾ ਬਹੁਤ ਵੱਡਾ, ਪਰ ਨਾਲ ਇਹ ਸਾਰੇ ਕਾਰਨ ਨੇ ਜਿਹੜੇ ਕਰਕੇ ਸਾਡਾ ਨੌਜਵਾਨ ਵਿਦੇਸ਼ ਭੱਜਿਆ ਜਾ ਰਿਹਾ ਜੀ। ਔਰ ਕਿੰਨੇ ਅੱਜ ਵੀ ਤੁਸੀਂ ਇਹ ਦੇਖਿਆ ਹੋਣਾ ਟੀਵੀ ਚੈਨਲ 'ਤੇ ਲੋਕ ਪੁੱਛਦੇ ਸੀ ਨੌਜਵਾਨਾਂ ਨੂੰ ਵੀ ਇੱਥੇ ਤਾਂ ਇਸ ਲਈ ਤਾਂ ਕੋਈ ਰਹਿਣਾ ਨਹੀਂ ਚਾਹੁੰਦਾ, ਅਸੀਂ ਤਾਂ ਜਾ ਰਹੇ ਹਾਂ। ਔਰ ਬਹੁਤ ਉਹਨਾਂ ਪਰਿਵਾਰਾਂ ਦੇ ਮੁੰਡੇ ਨੇ ਜਿਨ੍ਹਾਂ ਦੀ ਕੋਈ ਰੋਜੀ ਰੋਟੀ ਦੀ ਪ੍ਰੋਬਲਮ ਨਹੀਂ ਹੈ, ਜਿਨ੍ਹਾਂ ਕੋਲ ਇੰਨੀ ਆਮਦਨ ਹੈ, ਠੀਕ ਠਾਕ ਚੱਲਦਾ, ਪਰ ਉਹ ਵੀ ਬਾਹਰ ਜਾ ਕੇ ਕਰਕੇ ਦਿਹਾੜੀਆਂ ਕਰਦੇ ਨੇ ਤਾਂ ਵੀ ਖਾਂਦੇ ਨੇ। ਕਿਉਂਕਿ ਉਹਨਾਂ ਨੂੰ ਮਾਹੌਲ ਸੁਰੱਖਿਅਤ ਲੱਗਦਾ ਵੀ ਆਪਦਾ ਕਰਦਿਆਂ ਖਾਂਦੇ ਆ, ਤਾਂ ਨਹੀਂ ਕੋਈ ਵੀ ਝੂਠਾ ਮੁਕੱਦਮਾ ਦਰਜ ਕਰ ਦੂ ਜਾਂ ਦੂਜੇ ਪਾਸੇ ਕੋਈ ਗੋਲੀ ਮਾਰ ਜੂ, ਕੋਈ ਤਰੀਕੇ ਨੇ। ਇਹਨੂੰ ਸਾਰੇ ਨੂੰ ਦੇਖਣ ਦਾ ਸਵਾਲ ਹੈ। ਮੇਰਾ ਇਹ ਇੱਕ ਪੋਲੀਟੀਕਲ ਪਾਰਟੀ ਦਾ ਵੀ ਕੁਐਸਚਨ ਨਹੀਂ, ਸਮੁੱਚੀ ਪੋਲੀਟੀਕਲ ਧਿਰ ਦਾ, ਸਮੁੱਚੇ ਸਮਾਜ ਦਾ, ਸਮੁੱਚੇ ਜਿਹੜੇ ਬੌਧਿਕ ਤਬਕੇ ਦਾ, ਜਿਹਦੇ ਬੈਠ ਕੇ ਇਹਦੇ 'ਤੇ ਕੋਈ ਸੀਰੀਅਸ ਚਰਚਾ ਕਰਨ ਦਾ ਕੁਐਸਚਨ ਹੈ ਕਿ ਇਹ ਮਾਹੌਲ ਹਿੰਸਕ ਵੱਲ ਨੂੰ ਕਿਉਂ ਜਾ ਰਿਹਾ, ਉਸ ਪਾਸੇ ਵੱਲ ਨੂੰ ਕਿਉਂ ਜਾ ਰਿਹਾ। ਅਤੇ ਜੇਕਰ ਉਹ ਬੈਠ ਕੇ ਕੋਈ ਸਹਿਮਤੀ ਹੁੰਦੀ ਹੈ ਤਾਂ ਸ਼ਾਇਦ ਸਮਾਜ ਦੇ ਵਿੱਚ ਵੀ ਬੱਚਿਆਂ ਨੂੰ, ਹੋਰਾਂ ਲੋਕਾਂ ਨੂੰ ਸਮਝਾਇਆ ਵੀ ਜਾ ਸਕਦਾ ਕਿ ਡਾਇਰੈਕਸ਼ਨ ਬਣ ਜਾਂਦੀ ਹੈ। ਜੀ,
ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।